ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਈ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਦੋਹਰਾ ਪ੍ਰਾਪਤ ਹੋਇਓ ਆਨ ਕਰ, ਹੈ ਜੇ ਵਿਦ ਵਿਧਾਨ ਪਰਬੀਨ। ਕਰਹੁ ਵਿਦਿਤ ਸ੍ਰੀ ਚੰਡਕਾ, ਤੇਜ ਤੁਰਕ ਹਿਤਹੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ, ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਨੰਦ ਵਰਤਾ ਰਹੇ ਹਨ, ਤਾਂ ਪਿੱਛੋਂ ਇਤਿਹਾਸ ਦੇ ਮੁਤਾਬਕ ਸਿੱਖ ਸੰਗਤਾਂ ਦੂਰੋਂ ਦੂਰੋਂ ਅਨੰਦਪੁਰ ਸਾਹਿਬ ਆਉਂਦੀਆਂ ਹਨ ਜਥਿਆਂ ਦੇ ਰੂਪ 'ਚ। ਰਸਤੇ ਦੇ ਵਿੱਚ ਉਹਨਾਂ ਨੂੰ ਕੁਝ ਹਿੰਦੂ ਜਰਬਾਣੇ ਅਤੇ ਕੁਝ ਤੁਰਕ ਪਠਾਨ ਆਦਿ ਡਿਸਟਰਬ ਕਰਦੇ ਆ, ਮਜ਼ਾਕ ਕਰਦੇ ਆ, ਮਖੌਲ ਉਡਾਉਂਦੇ ਆ ਗੁਰੂ ਕੀਆਂ ਸੰਗਤਾਂ ਦਾ। ਤਾਂ ਗੁਰੂ ਕੀਆਂ ਸੰਗਤਾਂ ਨੇ ਆ ਕਰਕੇ ਗੁਰੂ ਗੋਬਿੰਦ ਸਿੰਘ ਮਾਨ ਦੱਸਿਆ ਅਤੇ ਪਾਤਸ਼ਾਹ ਜੀ ਨੇ ਕਿਹਾ ਫਿਰ ਸ਼ਸਤਰ ਲੈ ਕੇ ਰੱਖਿਆ ਕਰੋ ਕੋਲੇ, ਸ਼ਸਤਰਧਾਰੀ ਹੋਵੋ, ਖਾਲੀ ਹੱਥ ਨਾ ਚੱਲਿਆ ਕਰੋ। ਚਲੋ ਸਿੱਖ ਸੰਗਤਾਂ ਜਿਹੜੀਆਂ ਸ਼ਸਤਰ ਲੈ ਕੇ ਵੀ ਚੱਲਣ ਲੱਗ ਪਈਆਂ, ਪਰ ਫਿਰ ਵੀ ਕਿਤੇ ਨਾ ਕਿਤੇ ਲੜਾਈ ਹੋ ਜਾਂਦੀ। ਤਾਂ ਗੁਰੂ ਪਿਆਰੂ ਸੰਗਤਾਂ ਨੇ ਆ ਕੇ ਦੱਸਣਾ ਅਤੇ ਪਾਤਸ਼ਾਹ ਜੀ ਨੇ ਇਸ ਗੱਲ ਦਾ ਪੱਕਾ ਹੱਲ ਕਰਨ ਵਾਸਤੇ ਹੁਣ ਸਾਰੀ ਸੰਗਤ ਨੂੰ ਰਹਿੰਦੀ ਜੁਗਾਂ ਜੁਗਾਂਤਰਾਂ ਤੱਕ ਸ਼ਸਤਰਧਾਰੀ ਹੋਣ ਦੀ ਇੱਕ ਜੁਗਤ ਬਣਾਉਣੀ ਸ਼ੁਰੂ ਕੀਤੀ ਵੀ ਕੀ ਕੀਤਾ ਜਾਵੇ। ਅਤੇ ਕੁਝ ਪੰਡਤਾਂ ਨੇ, ਕੁਝ ਬ੍ਰਾਹਮਣਾਂ ਨੇ ਸਿੱਖਾਂ ਦੇ ਮਨ ਵਿੱਚ ਵਹਿਮ ਪਾਤਾ ਸੀ ਕਿ ਜੇ ਤੁਸੀਂ ਚੰਡੀ ਨੂੰ ਪ੍ਰਗਟ ਕਰ ਲਓ ਤਾਂ ਤੁਹਾਡੀ ਉਹ ਸਹਾਇਤਾ ਕਰ ਸਕਦੀ ਆ। ਇਹ ਵੀ ਗੱਲਾਂ ਚੱਲਦੀਆਂ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਵੀ ਇਹ ਗੱਲਾਂ ਪਹੁੰਚਦੀਆਂ ਸਨ ਅਤੇ ਸਤਿਗੁਰਾਂ ਨੇ ਇਸ ਦੇ ਬਹਾਨੇ ਹੀ ਸਿੱਖਾਂ ਨੂੰ ਸ਼ਸਤਰਾਂ ਨਾਲ ਜੋੜਨ ਦੀ ਸਲਾਹ ਕੀਤੀ ਆ। ਇਹਨਾਂ ਹੀ ਦਿਨਾਂ ਦੇ ਵਿੱਚ ਕਾਸ਼ੀ ਦਾ ਕੇਸ਼ੋ ਰਾਮ ਪੰਡਤ ਜਿਹੜਾ ਹੈ ਦੁਨੀਆ ਵਿੱਚ ਬੜਾ ਮੰਨਿਆ ਪ੍ਰਮੰਨਿਆ ਬ੍ਰਾਹਮਣ ਸੀ, ਜਿਹੜਾ ਕਿ ਬੜਾ ਜੰਤਰਾਂ ਮੰਤਰਾਂ ਨੂੰ ਕਹਿੰਦਾ ਮੈਂ ਜਾਣਦਾ ਹਾਂ, ਮੈਂ ਦੇਵੀ ਪ੍ਰਗਟ ਕਰ ਸਕਦਾ, ਆਦਿ ਆਦਿ ਕਰਦਿਆਂ ਸੀ ਗੱਲਾਂ। ਇੱਕ ਦਿਨ ਇਹ ਕੇਸ਼ੋ ਰਾਮ ਵੀ ਆ ਕੇ ਸਤਿਗੁਰਾਂ ਦੇ ਬਾਗ ਵਿੱਚ ਠਹਿਰ ਗਿਆ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਨੰਦ ਚੰਦ ਹੋਰਾਂ ਨੂੰ ਭੇਜ ਕਰਕੇ ਉਹਨੂੰ ਮਿਲਣਾ ਕੀਤਾ, ਜਲ ਪਾਣੀ ਛਕਣਾ ਛਕਾਉਣਾ ਕੀਤਾ ਅਤੇ ਉਹ ਵੀ ਮਿਲਣ ਨੂੰ ਤਤਪਰ ਸੀ ਸਤਿਗੁਰਾਂ ਦੇ ਵੱਲ। ਅਖੀਰ ਸਤਿਗੁਰਾਂ ਨੇ ਮਿਲਣ ਦਾ ਸਮਾਂ ਦਿੱਤਾ ਅਤੇ ਕੇਸ਼ੋ ਰਾਮ ਕੋਲ ਆ ਗਿਆ। ਪਾਤਸ਼ਾਹ ਜੀ ਦੇ ਨਾਲ ਗੱਲਾਂ ਬਾਤਾਂ ਹੋਰ ਚੱਲੀਆਂ। ਕੇਸ਼ੋ ਰਾਮ ਵੀ ਕਹਿ ਬੈਠਾ ਹਾਂ ਜੀ ਮੈਂ ਦੇਵੀ ਪ੍ਰਗਟ ਕਰ ਦੇਵਾਂਗਾ। ਪਾਤਸ਼ਾਹ ਕਹਿੰਦੇ ਫਿਰ ਕਿੰਨਾ ਖਰਚਾ ਆਊਗਾ।
ਹੁਣ ਉਹ ਖਰਚਾ ਦੱਸ ਕਰਕੇ ਨਾਲੇ ਤਾਂ ਆਪਦੀ ਗੱਲ ਪੂਰੀ ਕਰਨੀ ਚਾਹੁੰਦਾ ਤੇ ਨਾਲੇ ਇਹ ਕੰਮ ਕਰਨਾ ਨਹੀਂ ਚਾਹੁੰਦਾ ਤੇ ਨਾਲੇ ਹਾਰਨਾ ਨਹੀਂ ਚਾਹੁੰਦਾ। ਸਤਿਗੁਰਾਂ ਨੂੰ ਉਸ ਵੇਲੇ ਇਹ ਕੌਤਕ ਕਰਨ ਵਾਸਤੇ, ਹਵਨ ਆਦਿ ਕਰਨ ਵਾਸਤੇ ਇਹ ਲੱਖਾਂ ਰੁਪਈਆਂ ਦਾ ਖਰਚਾ ਦੱਸਦਾ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਗੱਲ ਹੀ ਕੋਈ ਨਹੀਂ, ਪੈਸੇ ਜਿੰਨੇ ਕਹੇਗਾ ਆਪਾਂ ਉਨੇ ਹੀ ਲਾ ਦਿਆਂਗੇ, ਪਰ ਇਹ ਕੰਮ ਜ਼ਰੂਰ ਕਰਨਾ ਹੈ, ਕਿਉਂਕਿ ਹੁਣ ਤੁਰਕਾਂ ਦਾ ਰਾਜ ਹੈ, ਤੁਰਕਾਂ ਦਾ ਤੇਜ ਹੈ। ਇਹਨਾਂ ਤੁਰਕਾਂ ਦੇ ਤੇਜ ਨੂੰ ਖਤਮ ਕਰਨ ਵਾਸਤੇ ਅਤੇ ਹਿੰਦੁਸਤਾਨ ਦੇ ਲੋਕਾਂ ਨੂੰ ਸੁੱਖ ਦੇਣ ਵਾਸਤੇ ਇਹ ਕੰਮ ਕਰਨਾ ਹੀ ਪੈਣਾ ਹੈ ਆਪਾਂ ਨੂੰ। ਤਾਂ ਫਿਰ ਕਿਸ ਤਰ੍ਹਾਂ ਇਹ ਕਾਰਜ ਆਰੰਭ ਕਰਦੇ ਹੈ ਤੇ ਅਖੀਰ ਤੇ ਕਿਹੜੀ ਚੰਡੀ ਪ੍ਰਗਟ ਹੁੰਦੀ ਹੈ, ਕਿਵੇਂ ਉਸ ਨੂੰ ਸਤਿਗੁਰੂ ਦੁਨੀਆ ਵਿੱਚ ਪ੍ਰਚਲਿਤ ਕਰਦੇ ਹਨ, ਸਿੱਖਾਂ ਦੇ ਵਿੱਚ ਸ਼ਾਸਤਰ ਨੂੰ ਕਿਸ ਤਰ੍ਹਾਂ ਪਾਤਸ਼ਾਹ ਜੀ ਲੈ ਕੇ ਆਉਂਦੇ ਹੈ, ਸਾਰੇ ਸਿੱਖਾਂ ਨੂੰ ਪਹਿਨਣ ਦਾ ਕਿਵੇਂ ਹੁਕਮ ਦਿੰਦੇ ਹੈ, ਇਹ ਸਾਰੀ ਗੱਲ ਆਪਾਂ ਅੱਜ ਦੀਆਂ ਵਿਚਾਰਾਂ 'ਚੋਂ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪ੍ਰਾਪਤ ਹੋਇਓ ਆਨ ਕਰ ਹੈ ਜੇ ਵਿਧਾਨ ਪਰਵੀਨ ਕਰਹੁ ਬਿਦਤ ਸ੍ਰੀ ਚੰਡਕਾ ਤੇਜ ਤੁਰਕ ਹਿਤਹੀਨ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਲੱਗਿਆ, ਕਿਸੇ ਨੇ ਦੱਸਿਆ ਕਿ ਉਹ ਜਿਹੜਾ ਕੇਸ਼ੋ ਦਾਸ ਪੰਡਤ ਹੈ, ਜਿਹੜਾ ਕਹਿੰਦੇ ਮਿਲਦਾ ਹੀ ਨਹੀਂ ਸੌਖਾ, ਉਹ ਤਾਂ ਆਪਣੇ ਬਾਗ ਵਿੱਚ ਆਇਆ ਬੈਠਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਚੰਦ ਹੋਰਾਂ ਨੂੰ ਭੇਜਿਆ, ਕਹਿੰਦੇ ਜਾਓ ਭਾਈ ਉਹਨੂੰ ਜਲ ਪਾਣੀ ਛਕਾਓ, ਉਹਦਾ ਪਤਾ ਕਰੋ ਕਿੱਧਰ ਚੱਲਿਆ, ਕਿੱਧਰੋਂ ਆਇਆ। ਜਾ ਕੇ ਪੁੱਛਣਾ ਕੀਤਾ ਤੇ ਉਹ ਵੀ ਕਹਿਣ ਲੱਗਿਆ ਮੈਂ ਜਵਾਲਾ ਜੀ ਚੱਲਿਆ ਸੀ, ਸੋਚਿਆ ਗੁਰੂ ਸਾਹਿਬ ਨੂੰ ਮਿਲਦੇ ਚੱਲੀਏ। ਤਾਂ ਉਸ ਤੋਂ ਬਾਅਦ ਗੁਰੂ ਪਿਆਰੇ ਕੇਸ਼ੋ ਦਾਸ ਪੰਡਤ ਸਤਿਗੁਰਾਂ ਦੇ ਕੋਲ ਆ ਗਿਆ। ਸਾਰੀ ਗੱਲਬਾਤ ਚੱਲੀ ਹੈ। ਕਹਿਣ ਲੱਗਿਆ ਜੀ ਮੈਂ ਬਹੁਤ ਮੰਤਰ ਜਾਣਦਾ ਹਾਂ, ਮੰਤਰਾਂ ਦੇ ਨਾਲ ਮੈਂ ਜਿਹੜਾ ਹੈ ਇਹ ਵਿਧਾਨ ਕਰਕੇ, ਵਿਧੀ ਕਰਕੇ ਉਸ ਸ਼ਕਤੀ ਨੂੰ, ਦੇਵੀ ਨੂੰ ਪ੍ਰਗਟ ਕਰ ਦੇਵਾਂਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਹਾਂ ਤੇਰੀ ਮਹਿਮਾ ਤਾਂ ਪੰਡਤਾਂ ਵਿੱਚ ਬੜੀ ਸੁਣੀ ਹੈ, ਤੂੰ ਕਹਿਣ ਲੱਗੇ ਕੰਮ ਕਰ ਸਕਦਾ? ਕਹਿੰਦਾ ਹਾਂ ਜੀ ਮੈਂ ਕਰ ਸਕਦਾ। ਕਹਿੰਦੇ ਫਿਰ ਤਾਂ ਵਧੀਆ ਗੱਲ ਬਣ ਗਈ। ਆਪਾਂ ਨੇ ਤੁਰਕਾਂ ਦਾ ਜਿਹੜਾ ਤੇਜ ਪ੍ਰਤਾਪ ਹੈ, ਭਾਵ ਜ਼ੁਲਮ ਜੋ ਦੁਨੀਆ 'ਤੇ ਕਰਨ ਲੱਗੇ ਹੋਏ ਸੀ ਹਿੰਦੁਸਤਾਨ ਦੇ ਵਾਸੀਆਂ ਤੇ ਭਾਰਤ ਵਰਸ਼ ਦੇ ਵਾਸੀਆਂ 'ਤੇ, ਇਸ ਨੂੰ ਖਤਮ ਕਰਨਾ ਹੈ ਤੇ ਤੂੰ ਸਾਡਾ ਸਾਥ ਦੇ। ਫਿਰ ਸ੍ਰੀ ਕਲਗੀ ਧਰ ਕੇ ਬਚਨ ਸੁਨ ਕਰ ਸਬਦ ਜਰਾਈ ਕੇਤਕ ਸਮੈ ਵਿਚਾਰ ਕਰ ਬੋਲਣ ਚਾਹੇ ਉਠਾਈ। ਜਦੋਂ ਪਾਤਸ਼ਾਹ ਜੀ ਨੇ ਇਸ ਨੂੰ ਕਹਿ ਦਿੱਤਾ ਵੀ ਹਾਂ ਫਿਰ ਇਹ ਕੰਮ ਆਪਾਂ ਕਰਾਂਗੇ, ਹੁਣ ਸੋਚਾਂ ਵਿੱਚ ਪੈ ਗਿਆ ਵੀ ਹੁਣ ਮੈਂ ਕੀ ਜਵਾਬ ਦੇਵਾਂ। ਕਿੰਨਾ ਚਿਰ ਪੰਡਤ ਸੋਚਦਾ ਰਿਹਾ, ਫਿਰ ਕਹਿਣ ਲੱਗਿਆ ਦੋਹਰਾ ਸ੍ਰੀ ਸਤਿਗੁਰੂ ਮਹਾਰਾਜ ਪ੍ਰਭੂ ਸੁਣੀਐ ਹੇਤ ਜਿਤੇਕ ਹਮਨ ਕਰਨੇ ਅਰ ਬਲੀ ਮਹਿ ਸੰਚਹਿ ਬਨ ਹੈ ਕਿਤੇਕ। ਕਹਿਣ ਲੱਗਿਆ ਮਹਾਰਾਜ ਇਹਦੇ ਵਿੱਚ ਬਹੁਤ ਔਖਾ ਕੰਮ ਹੈ, ਪ੍ਰਗਟ ਕਰਨੀ ਸੌਖੀ ਨਹੀਂ, ਨਾਲ ਡਰਾਉਂਦਾ ਨਾਲੇ ਕੰਮ ਕਰ ਨਹੀਂ ਸਕਦਾ, ਪਰ ਉੱਤੋਂ ਫੜਾ ਮਾਰਦਾ ਹੈ। ਇਸ ਕਰਕੇ ਇਹ ਭੱਜਣਾ ਵੀ ਚਾਹੁੰਦਾ ਹੈ ਵੀ ਗੁਰੂ ਸਾਹਿਬ ਕਹਿਣ ਚੱਲ ਛੱਡੋ ਖਹਿੜਾ। ਇਸ ਕਰਕੇ ਪਹਿਲਾਂ ਹੀ ਇਹਨੇ ਗੱਲ ਸ਼ੁਰੂ ਕੀਤੀ ਹੈ ਮਹਾਰਾਜ ਇਹਦੇ ਵਿੱਚ ਤਾਂ ਬਹੁਤ ਸਾਰੀ ਸਮੱਗਰੀ ਅਤੇ ਬਲੀ ਲੱਗਣੀ ਹੈ, ਕਿਵੇਂ ਕਰਾਂਗੇ? ਜੋ ਪਈ ਪ੍ਰਥਮੈ ਘਨੋ ਦਰਬਹੀ ਚਾਹੀਏ ਹੈ ਜਿਸ ਤੇ ਸਭ ਕਾਰਜ ਨਿਰਵਹੀ ਹੈ। ਪਾਤਸ਼ਾਹ ਕਹਿੰਦੇ ਕਿੰਨਾ ਕੁ ਸਮਾਨ ਚਾਹੀਦਾ ਹੈ? ਕਹਿਣ ਲੱਗਿਆ ਜੀ ਪਹਿਲਾਂ ਤਾਂ ਮਾਇਆ ਬਹੁਤ ਚਾਹੀਦੀ ਹੈ, ਮਾਇਆ ਤੋਂ ਬਗੈਰ ਕੋਈ ਕਾਰਜ ਨਹੀਂ ਹੁੰਦਾ ਜੀ। ਲਾਖ ਅਹੂਤੀ ਦੇ ਬਹਿਤ ਮੂਲ ਸਮਗਰੀ ਲੈ ਧਨ ਦੇਤ। ਹਵਨ ਕਰਨ ਵਾਸਤੇ ਘੱਟੋ ਘੱਟ ਲੱਖ ਰੁਪਏ ਦੀ ਸਮੱਗਰੀ ਚਾਹੀਦੀ ਹੈ, ਜਿਹਦੀ ਆਪਾਂ ਅਹੂਤੀ ਹਵਨ ਦੇ ਵਿੱਚ ਦੇਣੀ ਹੈ। ਲੱਖੋਂ ਕੀ ਗਿਣਤੀ ਤਬ ਹੋਏ ਸਦ ਹਜ਼ਾਰਨ ਤੇ ਨਹਿ ਸੋਈ। ਕਹਿਣ ਲੱਗਿਆ ਇਹ ਕੰਮ ਹੈ ਜਿਹੜਾ ਹਜ਼ਾਰਾਂ ਨਾਲ ਨਹੀਂ ਹੋਣਾ, ਲੱਖਾਂ ਰੁਪਈਆਂ ਦਾ ਖਰਚਾ ਆਵੇਗਾ ਉਹਨਾਂ ਦਿਨਾਂ ਦੇ ਵਿੱਚ। ਗੁਰੂ ਪਿਆਰਿਓ ਜਦੋਂ ਸੌਦਾ ਦੁਨੀਆ ਆਨੀਆਂ ਦਵਾਨੀਆਂ 'ਚ ਲੈਂਦੀ ਸੀ, ਉਦੋਂ ਇਹ ਲੱਖ ਰੁਪਈਆ ਚਾਂਦੀ ਦਾ ਕਹਿਣਾ ਹੈ ਖਰਚ ਆਵੇਗਾ। ਗੁਣ ਛਤਰੀ ਸੁਧ ਸਭ ਵਿਦ ਜਾਨੋ ਨਿਰਭੈ ਆਦ ਗੁਣ ਮੈਂ ਜਿਸ ਮਾਨੋ। ਫੇਰ ਖੱਤਰੀ ਛਤਰੀ ਜਿਸ ਨੂੰ ਸਾਰੀਆਂ ਵਿਧੀਆਂ ਨਾਲ ਸੁਧ ਜਾਣੋ, ਨਿਰਭੈ ਹੋਵੇ ਡਰੇ ਨਾ, ਉਹ ਹੀ ਇਹ ਹਵਨ ਦੇ ਵਿੱਚ ਬੈਠ ਸਕਦਾ ਹੈ ਜੀ। ਜਬ ਤੇ ਹਵਨ ਕਰਨ ਲੱਗ ਪਰੈ ਤਬ ਤੇ ਨੇਮ ਬਿਖਮ ਸਭ ਤਰੈ। ਔਰ ਜਦੋਂ ਇਹ ਕੰਮ ਆਪਾਂ ਨੇ ਆਰੰਭ ਕਰ ਦਿੱਤਾ, ਫਿਰ ਜਿਹੜੇ ਜ਼ਰੂਰੀ ਨੇਮ ਹਨ
ਬੇਖਮ ਕਹਿੰਦੇ ਉਹ ਵੀ ਬੜੇ ਸਖਤ ਹੈ। ਉਹ ਸਾਰੇ ਜਿਹੜੇ ਹਨ ਨੇਮ ਨਿਭਾਉਣੇ ਪੈਣਗੇ ਜੀ। ਬ੍ਰਹਮਚਰਜ ਤੇ ਆਦਿਕ ਜੇਈ, ਮਨ ਦ੍ਰਿੜ ਰਾਖ ਨਾ ਡੋਲਨ ਦੇਈ। ਪਾਤਸ਼ਾਹ ਕਹਿੰਦੇ ਉਹ ਕਿਹੜੇ ਨੇਮ ਹੋਣਗੇ? ਕਹਿੰਦੇ ਜੀ ਉਹ ਨੇਮ ਵੀ ਬਹੁਤ ਔਖੇ ਹੈ। ਬ੍ਰਹਮਚਰੀਆ ਰੱਖਣਾ ਪੈਣਾ ਪਹਿਲੀ ਗੱਲ ਤਾਂ। ਹਰ ਤਰ੍ਹਾਂ ਦੇ ਨਾਲ ਮਨ ਨੂੰ ਡੋਲਣ ਤੋਂ ਬਚਾਉਣਾ ਹੈ ਜੀ। ਸਰਬ ਰਿਖੀਕ ਜੀਤ ਕਰ ਰਹਿ, ਸੁਨ ਹੈ ਨਾ ਬਹੁ ਕਿਛ ਮੁਖ ਨਹਿ ਕਹੈ। ਔਰ ਉਸ ਨੂੰ ਚੁੱਪ ਰਹਿਣਾ ਪੈਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ ਹੈ, ਨਾ ਕਿਸੇ ਦੀ ਸੁਣਨੀ ਹੈ। ਆਪਣੀਆਂ ਇੰਦਰੀਆਂ ਨੂੰ ਭਾਵ ਨੌਂ ਦੁਆਰਿਆਂ ਨੂੰ ਕਾਬੂ 'ਚ ਰੱਖਣਾ ਪੈਣਾ ਹੈ। ਸੰਜਮ ਮਹਿ ਤਨ ਮਨ ਕੋ ਰਾਖੈ, ਏਕ ਅਰਾਧਨ ਮੈਂ ਅਬਿਲਾਖੈ। ਜੇ ਉਸ ਦੀ ਅਰਾਧਨਾ ਕਰਨੀ ਹੈ, ਉਸ ਦੀ ਪ੍ਰਗਟ ਕਰਨਾ ਹੈ ਨਾ, ਤਾਂ ਫਿਰ ਬੜਾ ਸੰਜਮ ਤਨ ਤੇ ਮਨ ਕਰਕੇ ਰੱਖਣਾ ਪਵੇਗਾ। ਮਨ ਕਰਕੇ ਵਿਚਾਰਾਂ ਦਾ ਸੰਜਮ, ਔਰ ਤਨ ਕਰਕੇ ਖਾਣ ਪੀਣ ਭੋਜਨ ਆਦਿ ਦਾ ਵੀ ਸੰਜਮ ਸਬਰ ਸੰਤੋਖ ਕਰਨਾ ਪੈਣਾ। ਅਬ ਕਲ ਜੁਗ ਕਉ ਕਾਲ ਕਰਾਲਾ, ਨਹਿ ਮਨ ਸੁਧ ਰਹਿ ਤਰਹਿ ਬਿਕਾਲਾ। ਫੇਰ ਕਹਿਣ ਲੱਗਿਆ ਦੂਸਰੀ ਗੱਲ, ਮਹਾਰਾਜ ਜੀ ਅੱਜ ਕਲਯੁਗ ਦਾ ਸਮਾਂ ਹੈ। ਕਲਯੁਗ ਦਾ ਭਿਆਨਕ ਸਮਾਂ ਹੈ। ਇਸ ਕਰਕੇ ਇਹ ਮਨ ਜਲਦੀ ਬਸ ਵਿੱਚ ਨਹੀਂ ਆਉਂਦਾਗਾ। ਬੜਾ ਵਿਕਰਾਲ ਜੀਵਨ ਧਾਰਨ ਕਰ ਲੈਂਦਾ ਹੈ। ਪੂਜਾ ਕਰਨ ਕਰਾਵਨ ਹਾਰੀ, ਦੋਨੋਂ ਨੇਮ ਨਿਰਵਾਵਹਿ ਸਾਰੀ। ਇਸ ਕਰਕੇ ਇਹ ਜਿਹੜਾ ਨੇਮ ਹੈ ਬ੍ਰਹਮਚਰੀਆ ਦਾ ਆਦਿ ਸਬਰ ਸੰਤੋਖ ਦਾ ਸੰਜਮ ਦਾ, ਇਹ ਮੈਨੂੰ ਵੀ ਕਰਨਾ ਪੈਣਾ। ਜਿਹੜਾ ਮੇਰੇ ਨਾਲ ਬੈਠੂਗਾ ਦੋਨਾਂ ਨੂੰ ਨਿਭਾਉਣਾ ਪੈਣਾ। ਸਤਜੁਗ ਤ੍ਰੇਤਾ ਦੁਆਪਰ ਮਾਹੀ, ਸੁਗਮ ਚੰਡ ਕਾ ਦਰਸ਼ਨ ਨਾਹੀ। ਮਹਾਰਾਜ ਇਹਦੇ ਤਾਂ ਸਤਜੁਗ ਦੁਆਪਰ ਤ੍ਰੇਤੇ ਵਿੱਚ ਵੀ ਸੌਖੇ ਦਰਸ਼ਨ ਨਹੀਂ ਸੀ ਹੁੰਦੇ, ਤੇ ਹੁਣ ਤਾਂ ਅਬ ਕਲ ਕਾਲ ਪ੍ਰਤਿਵਰਤਾ, ਪ੍ਰਵਿਰਤਿਓ ਭਾਰੀ, ਭਾਈ ਭ੍ਰਿਸ਼ਟ ਬਹੁ ਸ੍ਰਿਸ਼ਟੀ ਸਾਰੀ। ਤੇ ਹੁਣ ਤਾਂ ਕਲਯੁਗ ਦਾ ਸਮਾਂ ਮਹਾਰਾਜ। ਅੱਜ ਤਾਂ ਲੋਕਾਂ ਦੇ ਦਿਮਾਗ ਹੀ ਭ੍ਰਿਸ਼ਟ ਹੋ ਚੁੱਕੇ ਆ। ਇਹ ਤਾਂ ਸਤਜੁਗ ਦੇ ਵਿੱਚ ਵੀ ਪ੍ਰਗਟ ਤੈ ਨੇ ਕਦੇ ਵੀ ਨਹੀਂ ਹੋਈ। ਇਹ ਕੇਵਲ ਕਹਿਣ ਦੀਆਂ ਗੱਲਾਂ ਇਹਨਾਂ ਬ੍ਰਾਹਮਣਾਂ ਦੀਆਂ। ਦੁਨੀਆ ਨੂੰ ਕਰਮ ਕਾਂਡਾਂ ਦੇ ਵਿੱਚ ਪਾਇਆ ਹੋਇਆ, ਅਸਲ ਦੇ ਵਿੱਚ ਆਪਣੇ ਪਖੰਡਾਂ ਵਿੱਚ ਪਾਇਆ ਹੋਇਆ ਹੈ। ਸਤਿਗੁਰੂ ਕੋਈ ਨਾ ਕੋਈ ਜੁਗਤੀ ਵਿਅਕਤੀ ਕਰਕੇ ਇਹਨਾਂ ਭਰਮਾਂ ਨੂੰ ਹੀ ਸਿੱਖਾਂ ਦੇ ਦਿਮਾਗ 'ਚੋਂ ਕੱਢਣਾ ਚਾਹੁੰਦੇ ਅਸਲ ਵਿੱਚ। ਜਿਵੇਂ ਕਹਿ ਰਿਹਾ ਹੈ ਵੀ ਇਹ ਤਾਂ ਸਤਜੁਗ ਦੇ ਵਿੱਚ ਵੀ ਮਸਾਂ ਪ੍ਰਗਟ ਹੁੰਦੀ ਸੀ ਮਹਾਰਾਜ, ਤੇ ਹੁਣ ਤਾਂ ਕਲਯੁਗ ਦਾ ਸਮਾਂ, ਹੁਣ ਤਾਂ ਬਹੁਤ ਔਖਾ ਕੰਮ ਹੈ। ਮਤਲਬ ਜੇ ਕੰਮ ਹੋ ਗਿਆ ਤਾਂ ਸ਼ਾਬਾਸ਼ੇ ਕੇਸ਼ੋਦਾਸ ਦੇ, ਨਾ ਹੋਇਆ ਤੇ ਕਲਯੁਗ ਦੇ ਜਿਹੜਾ ਹੈ ਨੌ ਮੜ ਦਿਆਂਗੇ ਜੀ। ਪੱਖਾ ਸਮਾਂ ਭਿਆਨਕ ਹੈ। ਕਈ ਵਾਰੀ ਜਾਂਦੀਆਂ ਨਾ ਬੀਬੀਆਂ ਸਾਧਾਂ ਦੇ ਕੋਲੇ ਵਗ ਜਾਂਦੀਆਂ, ਬਾਬਾ ਜੀ ਆਹ ਕੰਮ ਨਹੀਂ ਹੁੰਦਾ ਸਾਡਾ ਜੀ, ਸਾਡੇ ਬੱਚਾ ਨਹੀਂ ਹੁੰਦਾ। ਤੇ ਬਾਬਾ ਜੀ ਕਰਦਾ ਇੱਕ ਤਵੀਤ ਦਿੰਦਾ, ਲੈ ਬੀਬੀ ਇਹ ਤਵੀਤ ਗਲ 'ਚ ਪਾ ਲਾ, ਤੇ ਤੂੰ ਨਾ ਸੂਤਕ ਪਾਤਕ ਵਾਲੇ ਘਰੇ ਨਹੀਂ ਜਾਣਾਗਾ। ਸੂਤਕ ਪਾਤਕ ਜਿੱਥੇ ਕੋਈ ਜੰਮਿਆ ਨਾ ਹੋਵੇ ਜਾਂ ਮਰਿਆ ਨਾ ਹੋਵੇ, ਉਸ ਘਰ ਵਿੱਚ ਨਹੀਂ ਜਾਣਾ। ਹੁਣ ਜੇ ਤਾਂ ਕੰਮ ਹੋ ਗਿਆ, ਮੰਨ ਲਓ 50 ਬੀਬੀਆਂ ਗਈਆਂ, ਕਿਸੇ 2 ਬੀਬੀਆਂ ਦਾ ਕੁਦਰਤ ਨੇ ਕਿਰਪਾ ਕਰਕੇ ਕੰਮ ਕਰਤਾ, ਉਹਨਾਂ ਨੇ ਇੰਨਾ ਪ੍ਰਚਾਰ ਕਰਨਾ ਹੈ, ਕੁੜੇ ਮੈਂ ਬਾਬੇ ਤੋਂ ਤਵੀਤ ਲੈ ਕੇ ਆਈ ਸੀ, ਆਹ ਦੇਖੋ ਸਾਡਾ ਕੰਮ ਹੋ ਗਿਆ। ਉਸ ਇੱਕ ਦੇ ਪ੍ਰਚਾਰ ਨਾਲ 50-60 ਹੋਰ ਤਿਆਰ ਹੋ ਜਾਣੀਆਂ। ਉਹਨਾਂ 'ਚ 1-2 ਦਾ ਕੰਮ ਕੁਦਰਤ ਨੇ ਕਰ ਦੇਣਾ, ਪਰਮੇਸ਼ਰ ਨੇ ਕਰ ਦੇਣਾ। ਤੇ ਜਿਨ੍ਹਾਂ ਦੇ ਨਹੀਂ ਹੋਇਆ ਉਹ ਚੁੱਪ ਕਰ ਘਰੇ ਬਹਿ ਜਾਂਦੀਆਂ। ਤੇ ਜੋ ਵਾਪਸ ਜਾਂਦੀਆਂ, ਬਾਬਾ ਜੀ ਸਾਡਾ ਤਾਂ ਕੰਮ ਬਣਿਆ ਨਹੀਂਗਾ, ਆ ਤਵੀਤ ਵੀ ਪਾਇਆ, ਤੇ ਭਾਈ ਫਿਰ ਤੁਸੀਂ ਕਿਸੇ ਮਰਗ ਵਾਲੇ ਘਰ ਤਾਂ ਗਈਆਂ? ਨਹੀਂ ਮਹਾਰਾਜ, ਭਾਈ ਕਦੇ ਨਾ ਕਦੇ ਜਾਣਾ ਪੈ ਜਾਂਦਾ। ਕਈ ਵਾਰੀ ਦੇਖ ਲਓ ਕਿਸੇ ਬੱਚਾ ਜੰਮਿਆ ਹੋਵੇ ਨਵਾਂ, ਉੱਥੇ ਉਹ ਸੂਤਕ ਪਾਤਕ ਤਾਂ ਹਰੇਕ ਦੇ ਘਰ ਵਿੱਚ, ਬਾਬਾ ਜੀ ਕਹਿੰਦੇ ਚੁੱਲ੍ਹੇ ਦੇ ਵਿੱਚ ਹੀ ਸੂਤਕ ਹੋਈ ਜਾਂਦਾ, ਤੂੰ ਕਿੱਥੋਂ ਬਚੇਗਾ? ਬਸ ਫਿਰ ਉਸ ਦੇ ਨਾਮ ਲਾ ਦੇਣਾ ਕਿ ਤੁਹਾਡੀ ਗਲਤੀ ਹੈ। ਇਸ ਕਰਕੇ ਕੇਸ਼ੋਦਾਸ ਪੰਡਤ ਆ ਤਾਂ ਗਿਆ ਬਾਬਾ ਜੀ ਕੋਲ। ਹੁਣ ਨਾ ਤਾਂ ਇਹ ਭੱਜ ਸਕਦਾ ਹੈ ਤੇ ਨਾ ਇਹ ਠਹਿਰ ਸਕਦਾ ਹੈ। ਤਰ੍ਹਾਂ ਤਰ੍ਹਾਂ ਦੇ ਇਹ ਬਹਾਨੇ ਜਿਹੇ ਬਣਾਉਣ ਲੱਗ ਪਿਆ। ਸ਼ੁਰੂਆਤ ਤੋਂ ਪਹਿਲਾਂ ਹੀ ਕਹਿੰਦਾ ਮਹਾਰਾਜ ਹੁਣ ਤਾਂ ਕਲਯੁਗ ਦਾ ਭਿਆਨਕ ਸਮਾਂ ਹੈ, ਸ੍ਰਿਸ਼ਟੀ ਭ੍ਰਿਸ਼ਟ ਹੋ ਚੁੱਕੀ ਹੈ। ਇਹ ਤਾਂ ਕੰਮ ਸਤਜੁਗ ਦੇ ਵਿੱਚ ਵੀ ਬੜਾ ਔਖਾ ਹੁੰਦਾ ਸੀ। ਤਾਜ ਤਾਜ ਮ੍ਰਿਤ ਲੋਕ ਸੁਰ ਸਾਰੇ, ਮੇਰੇ ਆਦ ਗਿਰ ਵਿਖੈ ਪਧਾਰੇ। ਕਹਿਣ ਲੱਗੇ ਅੱਜ ਤਾਂ ਜਿਹੜੇ ਦੇਵਤੇ ਹਨ ਉਹ ਵੀ ਜਿਹੜੇ ਹਨ ਮਾਤ ਲੋਕ ਨੂੰ ਛੱਡ ਕੇ, ਧਰਤੀ ਨੂੰ ਛੱਡ ਕੇ ਪਹਾੜਾਂ ਵੀ ਜਾ ਵਸੇ ਹਨ। ਗੋਰਖ ਆਦ ਸਿੱਧ ਜਗ ਫਿਰਤੇ, ਪਿਖ ਅਧਰਮ ਕੋ ਅਬ ਨਾ ਵਿਚਰਤੇ। ਆ ਦੇਖੋ ਨਾ, ਪਹਿਲਾਂ ਗੋਰਖਨਾਥ ਵਰਗੇ ਸਿੱਧਨਾਥ ਹੁੰਦੇ ਸੀ ਦੁਨੀਆ ਦੇ ਵਿੱਚ। ਅੱਜ ਉਹ ਕਲਯੁਗ ਦਾ ਸਮਾਂ ਜਾਣ ਕੇ
ਉਹ ਵੀ ਕਦੇ ਜੰਗਲਾਂ ਵਿੱਚ ਜਾ ਕੇ ਵਸ ਗਏ, ਪਹਾੜਾਂ ਵਿੱਚ ਜਾ ਕੇ ਵਸ ਗਏ ਹਨ, ਉਹ ਵੀ ਹੁਣ ਦੁਨੀਆ 'ਚ ਵਿਚਰਦੇ ਨਹੀਂ। ਜਾਂ ਤੇ ਬਹੁ ਦੁਹ ਸਾਧਿਆ ਦੇਵੀ, ਦਰਸ ਪ੍ਰਤਸ਼ ਦਿਖਾਏ ਅਭੇਵੀ। ਹਾਂ, ਤਾਂ ਤੇ ਮਹਾਰਾਜ ਬਹੁਤ ਔਖਾ ਕੰਮ ਹੈ, ਸਾਧਿਆ ਹੁੰਦਾ ਸਾਧਨਾ, ਤਾਂ ਤੇ ਇਹ ਕੰਮ ਕੋਈ ਸੌਖਾ ਨਹੀਂ ਦੇਵੀ ਨੂੰ ਪ੍ਰਗਟ ਕਰਨਾ। ਮਹਾਰਾਜ ਉਹਦੇ ਪ੍ਰਤੱਖ ਦਰਸ਼ਨ ਕਰਨੇ ਬਹੁਤ ਔਖੇ ਐ। ਧਨ ਕੀ ਸੁਨਹੁ ਕਹਾਂ ਤੇ ਆਵੈ, ਨਹੀਂ ਰਸਾਇਣ ਕੋ ਬਨਾ ਜੋ ਬਣਾਵੈ। ਪਹਿਲੀ ਗੱਲ ਤਾਂ ਤੁਹਾਡੇ ਕੋਲ ਇੰਨਾ ਪੈਸਾ ਹੀ ਹੈ ਨਹੀਂਗਾ। ਹੁਣ ਤੁਹਾਡੇ ਕੋਲੇ ਕਿਹੜਾ ਕੋਈ ਪਾਰਸ ਦੀ ਵੱਟੀ ਹੈ, ਰਸਾਇਣ ਹੁੰਦੀ ਹੈ। ਗੁਰੂ ਪਿਆਰਿਓ, ਕੁਝ ਵਸਤੂਆਂ ਨੂੰ ਕਿਸੇ ਤਾਂਬੇ ਆਦਿ ਤੇ ਪਾ ਕੇ ਕਈ ਸੁਨਿਆਰ ਸਰਾਫ, ਕਈ ਲੋਕ ਇਹੋ ਜਿਹੇ ਤਜਰਬੇ ਕਰਦੇ ਰਹਿੰਦੇ ਐ। ਤਾਂਬੇ ਨੂੰ ਢਾਲਣਾ, ਫਿਰ ਉਸ ਦੇ ਉੱਤੇ ਕੁਝ ਵਸਤੂਆਂ ਪਾਉਣੀਆਂ ਕਿ ਉਹਦਾ ਪੀਲਾ ਰੰਗ ਹੋ ਜਾਵੇ, ਉਹ ਸਿਉਣਾ ਬਣ ਜਾਵੇ, ਅਤੇ ਸਿਉਣਾ ਬਣ ਗਿਆ ਅਤੇ ਸਿਉਣੇ ਦਾ ਗਾ ਮੁੱਲ ਬਹੁਤ ਹੁੰਦਾ, ਇਸ ਕਰਕੇ ਚੀਜ਼ਾਂ ਖਰੀਦੀਆਂ ਜਾ ਸਕਦੀਆਂ। ਹੁਣ ਪੰਡਿਤ ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿਣ ਲੱਗਿਆ, ਪਹਿਲੀ ਗੱਲ ਤਾਂ ਤੁਹਾਡੇ ਕੋਲੇ ਲੱਖ ਰੁਪਈਆ ਨਹੀਂ ਹੋਣਾਗਾ, ਤੁਹਾਡੇ ਕੋਲੇ ਕਿਹੜਾ ਕੋਈ ਰਸਾਇਣ ਹੈ ਜੋ ਕੋ ਤੁਸੀਂ ਪੈਸੇ ਬਣਾ ਲਓਗੇ। ਢਿਗ ਰਾਜ ਨਯਵਨੀ ਕੇਰਾ, ਜਿਸ ਕਰ ਆਵੈ ਦਰਬੁਕ ਨੇਰਾ। ਨਾ ਤੁਹਾਡੇ ਕੋਲੇ ਕੋਈ ਰਾਜ ਭਾਗ ਹੈ ਦੁਨੀਆ ਦਾ, ਬਈ ਦੁਨੀਆ ਦਾ ਜਿਹੜਾ ਹੈ ਹਾਲਾ ਮਾਮਲਾ, ਟੈਕਸ ਆਦਿ ਤੁਹਾਡੇ ਕੋਲ ਹੀ ਆਉਂਦਾ ਹੋਵੇ। ਤੁਰਕ ਤੇਜ ਤਪ ਰਹਿਓ ਵਿਸਾਲਾ, ਕਰਹਿ ਕਰਾਵਹਿ ਪਾਪ ਕੁਚਾਲਾ। ਤੇ ਮਹਾਰਾਜ ਤੁਰਕਾਂ ਦਾ ਰਾਜ ਹੈ, ਤੁਰਕਾਂ ਦਾ ਤੇਜ ਤਪ ਹੈ, ਔਰ ਜੋ ਉਹ ਚਾਹੁੰਦੇ ਹਨ ਉਹ ਕਰਦੇ ਹਨ, ਭੈੜੀ ਚਾਲੇ ਚੱਲ ਕੇ। ਇਸ ਵਿਦ ਬਹੁਤ ਖੇ ਬਿਖਮ ਹੀ ਜਾਨੋ, ਸ਼ਕਤੀ ਧਰਮ ਤੁਮ ਚਾਹੋ ਜਠਾਨੋ। ਮਹਾਰਾਜ ਦੇਖ ਲਓ, ਜੇ ਤੁਹਾਡੇ ਵੀ ਸ਼ਕਤੀ ਹੈਗੀ ਹੈ ਤਾਂ ਭਾਵੇਂ ਪ੍ਰਗਟ ਹੋ ਜਾਵੇ। ਇਹ ਕੰਮ ਵੈਸੇ ਬਹੁਤ ਔਖਾ ਹੈ ਇਸ ਧਰਤੀ ਦੇ ਉੱਤੇ ਅੱਜ ਕਰਨਾ। ਪਹਿਲੀ ਗੱਲ ਤਾਂ ਸਾਡੇ ਕੋਲ ਧਨ ਨਹੀਂ ਹੈ, ਦੂਜੀ ਗੱਲ ਦੁਨੀਆ ਵਿੱਚ ਧਰਮ ਨਹੀਂ ਰਿਹਾ। ਕਰ ਦਇਆ ਰਾਮ ਤਬ ਬੂਲਾ, ਪ੍ਰਭ ਦਿਸ਼ ਤੇ ਚਿਤ ਰਖੋ ਅਡੋਲਾ। ਜਦੋਂ ਇਸ ਨੇ ਪਾਤਸ਼ਾਹ ਜੀ ਨੂੰ ਐਦਾਂ ਦੇ ਗੱਲ ਕੀਤੀ ਨਾ, ਸ਼ੰਕੇ ਵਾਲੀ ਵੀ ਤੁਹਾਡੇ ਕੋਲ ਪੈਸੇ ਨਹੀਂ ਹੋਣੇ ਇੰਨੇ, ਪਾਤਸ਼ਾਹ ਤਾਂ ਮੁਸ਼ਕਰਾਉਂਦੇ ਰਹੇ ਹੌਲੀ ਹੌਲੀ। ਪਰ ਸਤਿਗੁਰਾਂ ਦਾ ਦੀਵਾਨ ਆਨੰਦ ਚੰਦ ਕਹਿਣ ਲੱਗਿਆ, ਉਹ ਪੰਡਿਤ ਕੇਸ਼ਵ ਦਾਸ, ਪੈਸਿਆਂ ਦੀ ਕਮੀ ਨਹੀਂ ਹੈ ਇੱਥੇ। ਧਨ ਕੀ ਕਮੀ ਨਾ ਇਨ ਕੋ ਕੋਈ, ਜਿਨ ਕੋ ਕਰ ਪਾਰਸ ਹੀ ਹੋਈ। ਇਹਨਾਂ ਤਾਂ ਹਾਥੀ ਪਾਰਸ ਦੀ ਵੱਟੀ ਹੈ, ਇਹ ਤਾਂ ਇਹ ਹੱਥ ਲਾ ਦੇਣ ਤਾਂ ਸਿਉਣਾ ਬਣ ਜਾਂਦਾ। ਤੂੰ ਗੱਲ ਕੀ ਕਰਦਾ? ਲੱਖ ਰੁਪਈਏ ਦੀ ਕਿਹੜੀ ਗੱਲ ਹੈ? ਛਤਰੀ ਸ਼ੁੱਧ ਮਹਾਨ ਮਹਾਨੇ, ਪ੍ਰਥਮ ਜੁਗਨ ਨਹਿ ਇਨਹਿ ਸਮਾਨੇ। ਔਰ ਇਹ ਖੁਦ ਸਭ ਤੋਂ ਮਹਾਨ ਹੈ। ਮੇਰਾ ਖਿਆਲ ਹੈ ਸਰਯੁਗ ਦੇ ਵਿੱਚ ਵੀ ਇੰਨਾ ਮਹਾਨ ਕੋਈ ਤਪਸਵੀ ਨਹੀਂ ਆਇਆ ਹੋਣਾ ਜੈਸੇ ਗੁਰੂ ਗੋਬਿੰਦ ਸਿੰਘ ਜੀ ਹੈ। ਇਹ ਹਰ ਪੱਖ ਤੋਂ ਸ਼ੁੱਧ ਹੈ, ਬ੍ਰਹਮਚਰੀਏ ਤੋਂ ਵੀ, ਇੰਦਰੀਆਂ ਤੋਂ ਵੀ। ਤੂੰ ਕੀ ਸਮਝਦਾ ਜਿਹੜੀਆਂ ਗੱਲਾਂ ਤੂੰ ਕਹਿ ਰਿਹਾ ਤੈਨੂੰ ਇੱਥੋਂ ਮਿਲਣਗੀਆਂ ਨਹੀਂ? ਸਾਚੇ ਸਹਿਬਾ ਕਿਹਾ ਨਾਹੀ ਘਰ ਤੇਰਾ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਪਾਵੋ। ਕਿਹੜੀ ਵਸਤੂ ਜਿਹੜੀ ਇੱਥੋਂ ਮਿਲ ਨਹੀਂ ਸਕਦੀ? ਮੈਂ ਕਿਤਨੀਆਂ ਉਦਾਹਰਨਾਂ ਦੇਵਾਂ। ਦਾਰਾ ਸ਼ਕੋਹ ਦੇ ਪੇਟ ਵਿੱਚ ਕਿਸੇ ਨੇ ਚੌਲਾਂ ਦੇ ਵਿੱਚ ਪਾ ਕੇ ਸ਼ੇਰ ਦੀ ਮੁੱਛ ਦਾ ਬਾਲ ਖਵਾ ਦਿੱਤਾ, ਉਹ ਨਿਕਲਦਾ ਨਹੀਂ ਸੀਗਾ। ਵੈਦ ਕਹਿਣ ਲੱਗੇ ਸਾਨੂੰ ਇੰਨਾ ਵੱਡਾ ਲੌਂਗ ਤੇ ਇੰਨਾ ਵੱਡਾ ਇੱਕ ਹਰੜ ਚਾਹੀਦੀ ਆ, ਉਹਦੇ ਨਾਲ ਨਿਕਲ ਸਕਦਾ ਹੈ। ਰਾਜੇ ਦਾ ਰਾਜ ਸੀ ਸ਼ਾਹਜਹਾਂ ਦਾ ਸਾਰੇ ਦੇਸ਼ ਤੇ, ਕਿਸੇ ਵੀ ਦਵਾਖਾਨੇ 'ਚ ਉਹਨੂੰ ਵਸਤੂਆਂ ਮਿਲੀਆਂ ਨਹੀਂ। ਪਰ ਇੱਕ ਵਜ਼ੀਰ ਖਾਨ ਉਹਦਾ ਵਜ਼ੀਰ ਸੀਗਾ, ਵਜ਼ੀਰ ਖਾਨ ਕਹਿਣ ਲੱਗਿਆ ਇਹ ਚੀਜ਼ ਗੁਰੂ ਨਾਨਕ ਦੇ ਘਰ 'ਚੋਂ ਮਿਲ ਸਕਦੀ ਹੈ। ਜੇ ਕੀਰਤਪੁਰ ਵਿੱਚ 7ਵੇਂ ਪਾਤਸ਼ਾਹ ਹਰ ਰਾਏ ਸਾਹਿਬ ਜੀ ਦਾ ਦਵਾਖਾਨਾ ਹੈ, ਜੇ ਕਿਤੋਂ ਨਾ ਮਿਲਤੇ ਵਸਤੂ ਉੱਥੋਂ ਮਿਲ ਸਕਦੀ। ਇੱਥੋਂ ਮਿਲੀਆਂ ਸੀ। ਬਹੁਤ ਜ਼ਿਆਦਾ ਵਜਨ ਦਾ ਲੌਂਗ ਸੀਗਾ ਅਤੇ ਬਹੁਤ ਭਾਰੀ ਵਜਨ ਦੀ ਉਹ ਹਰੜ ਸੀ। ਦੋਨਾਂ ਚੀਜ਼ਾਂ ਨੂੰ ਲੈ ਕਰਕੇ ਫਿਰ ਉੱਥੇ ਗਏ, ਪਾਤਸ਼ਾਹ ਨੇ ਦੇ ਦਿੱਤੀਆਂ। ਔਰ ਉਸ ਤੋਂ ਬਾਅਦ ਉਹਦੀਆਂ ਮੁੱਠੀਆਂ ਵਿੱਚ ਕਾਫੀ ਸਮਾਂ ਉਹ ਚੀਜ਼ਾਂ ਫੜਾਈਆਂ। ਉਹਨਾਂ ਨੇ ਅੰਦਰੋਂ ਨਾੜਾਂ ਵਿੱਚ ਗਰਮੈਸ਼ ਕੀਤੀ। ਉਹ ਗਰਮੈਸ਼ ਨਾਲ ਉਹਨੂੰ ਉਲਟੀ ਛਾਲੀ ਆਦਿ ਆਈ ਅਤੇ ਅੰਦਰੋਂ ਉਹ ਜਿਹੜੇ ਵਾਲ ਸਨ ਸ਼ੇਰ ਦੀ ਮੁੱਛ ਦੇ ਉਹ ਨਿਕਲ ਗਏ ਅਤੇ ਤੰਦਰੁਸਤ ਹੋ ਗਿਆ। ਇਸ ਕਰਕੇ ਅਸਲ ਦੇ ਵਿੱਚ ਪੰਡਿਤ ਕੇਸ਼ਵ ਦਾਸ ਭੱਜਣਾ ਚਾਹੁੰਦਾ, ਪਰ ਗੁਰੂ ਹੁਣ ਭੱਜਣ ਨਹੀਂ ਦਿੰਦੇ। ਇਹ ਕਹਿੰਦਾ ਮਹਾਰਾਜ ਤੁਹਾਡੇ ਕੋਲ ਪੈਸੇ ਕਿੱਥੋਂ ਆਉਣਗੇ? ਤੁਹਾਡੇ ਕੋਲ ਕਿਹੜਾ ਕੋਈ ਪਾਰਸ ਦੀ ਬੱਟੀ ਹੈ, ਕਿਹੜਾ ਕੋਈ ਟੈਕਸ ਵਾਲਾ ਮਾਮਲਾ ਆਉਂਦਾ ਹੈ? ਭਾਈ ਆਨੰਦ ਚੰਦ ਜੀ ਦੀਵਾਨ ਸਿੰਘ ਕਹਿਣ ਲੱਗੇ, ਪਾਤਸ਼ਾਹ ਦਾ ਇਸ਼ਾਰਾ ਪਾ ਕੇ ਕਹਿੰਦੇ, ਭਲਿਆ ਮਾਨਸਾ ਇੱਥੇ ਪੈਸੇ ਦਾ ਤੋੜਾ ਨਹੀਂ ਹੈ, ਇਹਨਾਂ ਤਾਂ ਹਾਥੀ ਪਾਰਸ ਦੀ ਵੱਟੀ ਹੈ। ਮੇਰੇ ਗੱਲ ਯਾਦ ਆ ਗਈ ਕਿ ਤੀਜੇ ਪਾਤਸ਼ਾਹ ਜੀ ਦੇ ਕੋਲ ਉਹਨਾਂ ਦੀ ਸਪੁੱਤਰੀ ਬੀਬੀ ਭਾਨੀ ਆ ਗਈ। ਵਿਆਹ ਤੋਂ ਪਹਿਲਾਂ ਦੀ ਗੱਲ ਆ।
ਕਹਿਣ ਲੱਗੀ ਬਾਪੂ ਜੀ ਸਾਰੀਆਂ ਸਹੇਲੀਆਂ ਦੇ ਨਾਲ ਸੋਨੇ ਚਾਂਦੀ ਦੇ ਗਹਿਣੇ ਪਾਏ ਹੁੰਦੇ ਐ ਤੇ ਮੇਰੇ ਕੋਲ ਕੋਈ ਗਹਿਣਾ ਨਹੀਂ ਹੈ, ਮੈਨੂੰ ਬੜੀ ਸੰਗ ਜੀ ਲੱਗਦੀ ਹੈ। ਤੇ ਪਾਤਸ਼ਾਹ ਕਹਿੰਦੇ ਅੱਛਾ ਭਾਈ ਕਿੰਨਾ ਕੁ ਸੋਨਾ ਚਾਹੀਦਾ? ਮਹਾਰਾਜ ਦੇਖ ਲਓ ਸਾਹਮਣੇ ਇੱਕ ਡਲਾ ਪਿਆ ਸੀਗਾ। ਪਾਤਸ਼ਾਹ ਕਹਿੰਦੇ ਉਹ ਡਲਾ ਜਿਹਾ ਪਿਆ ਇੰਨਾ ਕੁ ਬਹੁਤ ਆ? ਕਹਿੰਦੇ ਜੀ ਇੰਨਾ ਤਾਂ ਬਹੁਤ ਹੈ। ਕਹਿੰਦੇ ਜਾ ਕੇ ਚੱਕ ਲੈ ਸਿਉਣਾ ਹੀ ਆ ਉਹ। ਜਦ ਹੱਥ ਪਾਇਆ ਬੀਬੀ ਭਾਣੀ ਡਲੇ ਨੂੰ ਉਹ ਸੋਨੇ ਦਾ ਬਣ ਗਿਆ। ਕਹੋ ਸਤਨਾਮ ਵਾਹਿਗੁਰੂ। ਨਜ਼ਰ ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ। ਪੰਡਤ ਕੇਸ਼ਵ ਦਾਸ ਆ ਗਿਆ ਹੁਣ ਹੱਥ ਵਿੱਚ ਪਾਤਸ਼ਾਹ ਦੇ, ਔਰ ਪਾਤਸ਼ਾਹ ਕਹਿੰਦੇ ਆ ਜਾ ਫਿਰ ਪ੍ਰਗਟ ਕਰੀਏ। ਹੁਣ ਉਹ ਕਹਿਣ ਲੱਗੇ ਆ ਮਹਾਰਾਜ ਜੀ ਦਾ ਕੰਮ ਬੜਾ ਔਖਾ ਹੈ। ਸੂਰਜ ਵੰਸ਼ ਬਿਖੈ ਜਨਮਈ ਜਿਸ ਮਹਿ ਮਹਾ ਧਨੁਰ ਧਰ ਥਈ। ਤਾਂ ਕਹਿਣ ਲੱਗੇ ਆ ਭਾਈ ਆਨੰਦ ਚੰਦ ਜੀ ਪਹਿਲੇ ਯੁੱਗਾਂ ਦੇ ਵਿੱਚ ਵੀ ਇੰਨੇ ਤਕੜੇ ਛਤਰੀ ਨਹੀਂ ਸਨ। ਸੂਰਜ ਵੰਸ਼ ਵਿੱਚ ਰਾਮਚੰਦ ਵਰਗੇ ਵੀ ਹੋਏ ਹਨ। ਰਾਮਚੰਦ ਆਦਿਕ ਬਲਵੰਤੀ ਰਘੂ ਦਲੀਪ ਨਰੇਪ ਸਾਗਰ ਪਨੰਤੀ। ਰਾਮਚੰਦ ਜਿਹੜੇ ਸ਼ਸਤਰ ਵਿਦਿਆ ਵਿੱਚ ਬੜੇ ਹੀ ਧਨੁਖਧਾਰੀ ਮੰਨੇ ਗਏ ਹਨ। ਰਾਜਾ ਦਲੀਪ ਵਰਗੇ ਰਘੂ ਇਹਨਾਂ ਰਾਮਚੰਦ ਦਾ ਹੀ ਵੱਡਾ ਹੈ ਛਤਰੀ ਵੰਸ਼ ਸੂਰਜ ਵੰਸ਼ ਦਾ। ਔਰ ਸਗੜ ਵੀ ਰਾਜਾ ਹੋਇਆ, ਇਹ ਵੀ ਬੜਾ ਤਕੜਾ ਹੋਇਆ ਹੈ। ਜਿਤ ਇਨ ਕੋ ਨਾ ਸਮਾਨਾ ਗਿਨੀਐ ਕੌਣ ਮਹਾਨ ਮਿਹਾਨਾ। ਔਰ ਮੈਂ ਤੈਨੂੰ ਕਿਹਦੀ ਗੱਲ ਦੱਸਾਂ, ਇੰਦਰੀ ਜਿੱਤ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਵੀ ਨਹੀਂ ਦੁਨੀਆ ਦੇ ਵਿੱਚ, ਜਿੱਡੇ ਮਰਜੀ ਵੱਡੇ ਦੇਖ ਲੈ। ਚਤੁਰ ਪੁੱਤਰ ਹਿਤ ਚਾਰੋਂ ਬਹੁਬਾਰੀ ਬ੍ਰਹਮਚਰਜ ਕੀ ਬੀਤੀ ਬਹਿ ਸਾਰੀ। ਅੱਜ ਇਹ ਕੋਈ 30-32 ਸਾਲ ਦੇ ਹਨ ਤੇ ਇਹਨਾਂ ਦੀ ਅੱਜ ਤੱਕ ਦੀ ਉਮਰ ਬ੍ਰਹਮਚਾਰੀਏ ਵਿੱਚ ਹੀ ਗੁਜ਼ਰੀ ਆ। ਇਹਨਾਂ ਦੀਆਂ ਇਸਤਰੀਆਂ ਹਨ, ਵਿਆਹ ਹੋਏ ਆ, ਸ਼ਾਦੀ ਹੋਈ ਹੈ, 4 ਪੁੱਤਰ ਪੈਦਾ ਹੋਏ ਹੈ ਔਰ 4 ਵਾਰ ਹੀ ਉਹਨਾਂ ਨੇ ਇਸ ਵਿਸ਼ੇ ਤੇ ਗੁਰੂ ਪਿਆਰਿਓ ਮਾਤਾਵਾਂ ਦੇ ਕੋਲ ਆਪਣੀਆਂ ਘਰ ਵਾਲੀਆਂ ਕੋਲ ਜਾਣਾ ਕੀਤਾ। ਆਨੰਦ ਚੰਦ ਜੀ ਕਹਿੰਦੇ ਬ੍ਰਹਮਚਾਰੀਏ ਪੱਖ ਤੋਂ ਵੀ ਸਤਿਗੁਰੂ ਸਰਬ ਕਲਾ ਸਮਰੱਥ ਹਨ। ਜਿਸ ਕੋ ਬਚਨ ਕਰਹਿ ਇੱਕ ਬਾਰੀ ਤਿਨ ਕੋ ਮਨ ਟਿਕ ਜਾਹੇ ਸੁਖਾਰੀ। ਤੂੰ ਇਹਨਾਂ ਦੇ ਮਨ ਦੀ ਗੱਲ ਕਰਦਾ ਹੈ, ਇਹਨਾਂ ਦਾ ਮਨ ਤਾਂ ਪਹਿਲਾਂ ਹੀ ਟੁਕਿਆ ਹੋਇਆ ਹੈ। ਇਹ ਤਾਂ ਜੇ ਕਿਸੇ ਨੂੰ ਕਹਿ ਦੇਣ ਉਹਦਾ ਮਨ ਵੀ ਟਿਕ ਜਾਵੇ। ਨਿਜ ਮਨ ਬਸ ਕਰ ਬੇ ਕਿਆ ਕਹੀਐ ਜਨਕ ਸਮਾਨ ਬ੍ਰਿਤੀ ਜਿਨ ਲਹੀਐ। ਹਾਂ ਇਹਨਾਂ ਤਾਂ ਰਾਜੇ ਜਨਕ ਵਰਗਾ ਸੁਭਾਅ ਹੈ ਜਿਸ ਨੇ ਸਿਮਰਨ ਭਜਨ ਬੰਦਗੀ ਦੇ ਵਿੱਚ ਟਾਈਮ ਟਪਾਇਆ। ਰਾਜਾ ਵੀ ਸੀ ਤੇ ਇੱਕ ਵੱਡਾ ਸਾਧੂ ਵੀ ਹੋਇਆ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ। ਇੱਕ ਘੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕ। ਤੂੰ ਕਿਆ ਗੱਲ ਕਰਦਾ ਹੈ, ਇਹਨਾਂ ਦੀ ਬਿਰਤੀ ਬਹੁਤ ਉੱਚੀ ਹੈ। ਸਤਿਗੁਰ ਦਿਸ਼ ਤੇ ਰਖੋ ਭਰੋਸਾ ਜਿਨ ਮਹਿ ਲਖੋ ਆਦ ਸੰਤੋਸ਼ਾ। ਹਾਂ ਜਿਹੜਾ ਸਬਰ ਸੰਤੋਖ ਦੀ ਗੱਲ ਕਰਦਾ ਹੈ ਉਹ ਸਾਰਾ ਇਹਨਾਂ ਵਿੱਚ ਹੈ। ਜਿਵੇਂ ਤੂੰ ਚਾਹੇਗਾ ਉਵੇਂ ਹੋ ਜਾਊਗਾ। ਆਪ ਕਰੋ ਕੇ ਤਿਕ ਦਿਨ ਡੇਰਾ ਕਹਿਓ ਨ ਮਾਨੋ ਲਿਹੋ ਦ੍ਰਿਗ ਹੀਰਾ। ਜੇ ਤੈਨੂੰ ਸਾਡੇ ਤੇ ਭਰੋਸਾ ਨਹੀਂ ਤੇ ਤੂੰ ਰਹਿ ਕੇ ਇਹਨਾਂ ਦੇ ਜੀਵਨ ਚੋਂ ਦੇਖ ਲੈ ਇਹਨਾਂ ਦਾ ਜੀਵਨ ਕੈਸਾ ਹੈ। ਏਮ ਸਤਿਗੁਰ ਕੇ ਰੁਖ ਕੋ ਜਾਨ ਦਇਆ ਰਾਮ ਨੇ ਕੀਨ ਬਖਾਨੋ। ਹਾਂ ਕਿਉਂਕਿ ਮਹਾਂਪੁਰਸ਼ਾਂ ਦੇ ਕੋਲ ਰਹਿ ਕਰਕੇ ਉਹਨਾਂ ਦੇ ਇਸ਼ਾਰੇ ਨੂੰ ਸਮਝਣਾ ਪੈਂਦਾ ਹੈ। ਤੇ ਭਾਈ ਆਨੰਦ ਚੰਦ ਜੀ ਇਸ਼ਾਰਾ ਸਮਝ ਕੇ ਸਾਰੀ ਗੱਲ ਪੰਡਤ ਕੇਸ਼ਵ ਦਾਸ ਨੂੰ ਦੱਸ ਦਿੰਦਾ ਹੈ ਜੀ। ਪ੍ਰਭ ਕਹਿਓ ਸਿਵਰ ਕੋ ਕਾਲੋ ਤੁਰਕਨ ਛੈ ਕੋ ਕਾਜ ਵਿਸਾਲੋ। ਕਹਿਣ ਲੱਗੇ ਲੈ ਪੰਡਤ ਕੇਸ਼ਵ ਦਾਸ ਜਵਾਲਾ ਜੀ ਫੇਰ ਵਗ ਜਾਈ ਤੂੰ। ਪਹਿਲਾਂ ਤਾਂ ਆਹ ਵੱਡਾ ਕੰਮ ਕਰਨ ਵਾਲਾ ਆਪਣੇ ਤੁਰਕਾਂ ਦਾ ਰਾਜ ਹੈ ਜਿਹੜਾ ਛੈ ਖਤਮ ਕਰਨ ਵਾਸਤੇ, ਨਾਸ਼ ਕਰਨ ਵਾਸਤੇ। ਘਰ ਦੇ ਵਿੱਚ ਜਿਵੇਂ ਵਿਆਹ ਧਰਿਆ ਹੋਵੇ ਤੇ ਫਿਰ ਹੋਰ ਕਿਸੇ ਕੰਮ ਨਹੀਂ ਧਿਆਨ ਦਿੱਤਾ ਜਾਂਦਾ। ਕਹਿੰਦੇ ਇਸੇ ਤਰ੍ਹਾਂ ਹੀ ਬਾਕੀ ਕੰਮ ਤਾਂ ਬਾਅਦ 'ਚ ਹੋ ਜਾਣਗੇ, ਪਹਿਲਾਂ ਆਪਾਂ ਤੁਰਕਾਂ ਦਾ ਰਾਜ ਖਤਮ ਕਰਨ ਦੀ ਤਿਆਰੀ ਕਰੀਏ। ਜੋ ਤੁਮ ਕਾਖੋ ਪਾਖੋ ਜੈਸੇ ਤੂਰਨ ਸਭ ਤਿਆਰੀ ਹੋਏ ਤੈਸੇ। ਹਾਂ ਜੋ ਤੇਰੀ ਇੱਛਾ ਹੈ, ਜੋ ਤੂੰ ਮੰਗੇਗਾ ਹਵਨ ਕਰਨ ਵਾਸਤੇ, ਦੇਵੀ ਪ੍ਰਗਟ ਕਰਨ ਵਾਸਤੇ, ਤੈਨੂੰ ਉਹ ਹੀ ਦੇ ਦੇਵਾਂਗੇ। ਹੋਤ ਪਰਾਤ ਤਨ ਤੁਮਹਿ ਦਿਖਾਵੈ ਸਕਲ ਸੌਜ ਤਤਕਾਲ ਅਨਾਵਹਿ। ਜੇ ਤੈਨੂੰ ਭਰੋਸਾ ਨਹੀਂ ਤੜਕੇ ਤੈਨੂੰ ਪੈਸੇ ਦਿਖਾ ਦਿਆਂਗੇ ਸਾਡੇ ਕੋਲ ਕਿੰਨੇ ਆ, ਲੱਖ ਰੁਪਏ ਦੀ ਕਿਆ ਗੱਲ ਹੈ। ਅਪਰ ਕਹਾਂ ਕਹੀਏ ਤੁਮ ਤਾਈ ਰਹੋ ਪਰਖੀਏ ਲੈ ਪ੍ਰਿਖੇ ਲਏ ਸੋ ਜਾਈ। ਕਹਿਣ ਲੱਗੇ ਹੋਰ ਤੈਨੂੰ ਇਹਦੇ ਉੱਤੇ ਕੀ ਕਹੀਏ, ਠਹਿਰ ਜਾ ਇੱਥੇ ਪਰਖ ਲੈ, ਤੈਨੂੰ ਪਤਾ ਲੱਗ ਜਾਵੇਗਾ ਪਈ। ਕੇਸ਼ਵ ਦਾਸ ਸੁਨਤ ਪੁਨ ਕਹਿਓ ਅਤ ਦੋਹ ਸਾਧ ਕਰਮ ਸਭ ਲਹਿਓ। ਫੇਰ ਕਹਿਣ ਲੱਗਿਆ ਮਹਾਰਾਜ ਕੰਮ ਬਹੁਤ ਔਖਾ ਹੈ। ਗੱਲ ਤਾਂ ਕਹਿ ਬੈਠਾ, ਕਈ ਵਾਰੀ ਕੋਈ ਬੰਦਾ ਫੜ ਮਾਰ ਬਹਿੰਦਾ ਹੈ, ਮੁੜ ਕੇ ਫਿਰ ਉਸ ਆਪਣੀ ਗੱਲ ਨੂੰ ਵਾਪਸ ਲੈਣਾ ਔਖਾ ਹੋ ਜਾਂਦਾ। ਇਸ ਕਰਕੇ ਕੇਸ਼ਵ ਦਾਸ ਕਹਿਣ ਲੱਗਿਆ ਮਹਾਰਾਜ ਔਖਾ ਕੰਮ ਹੈ ਇਹ।
ਬਹੁਤ ਮੁਸ਼ਕਲ ਹੈ ਕਰਨਾ। ਤੁਮ ਸਮਰੱਥ ਤੇ ਸਭ ਬਨ ਆਵੈ, ਕਰਹੁ ਅਕਰਨ ਜਥਾ ਮਨ ਭਾਵੈ। ਤੁਸੀਂ ਉਹ ਕੰਮ ਕਰਨ ਲੱਗੇ ਹੋ ਜਿਹਦਾ ਕਰਨਾ ਬਹੁਤ ਔਖਾ ਹੈ। ਦੇਖ ਲਓ, ਜੇ ਤੁਸੀਂ ਇਸ ਨੂੰ ਕਰਨ ਵਿੱਚ ਸਮਰੱਥ ਹੋ ਤਾਂ ਕਰ ਲਓ। ਆਛੀ ਬਾਤ ਕਰੋ ਮੈਂ ਡੇਰਾ, ਕਾਜ ਸਿੱਧ ਇਹੋ ਪੁੰਨ ਬੜੀਰਾ। ਉਹ ਕੋਈ ਗੱਲ ਨਹੀਂ, ਫਿਰ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਵੀ ਰੁਕ ਜਾਂਦਾ ਹਾਂ। ਦੇਸ਼ ਦੇ ਭਲੇ ਵਾਸਤੇ ਕਾਰਜ ਹੈ ਤਾਂ ਮੈਂ ਵੀ ਹਿੱਸਾ ਪਾ ਦਿੰਦਾ ਹਾਂ। ਵਿਦਤ ਹੋਏ ਤੁਮ ਕੋ ਜਗ ਮਾਤਾ, ਜਗ ਤੁਰਕ ਤੁਰਕਾਨ ਤੇਜ ਪੁਨ ਹਾਤਾ। ਜੇ ਤੁਸੀਂ ਜਗਤ ਮਾਤਾ ਨੂੰ ਪ੍ਰਗਟ ਕਰ ਲਓ ਤੇ ਤੁਰਕਾਂ ਦਾ ਤੇਜ ਖਤਮ ਹੋ ਸਕਦਾ ਹੈ। ਹਿੰਦੂ ਧਰਮ ਕੋ ਹੈ ਇਹ ਬਾਰਾ, ਨਾਹਿਤ ਜਾਤ ਨਸ਼ਟ ਹੋਵੇ ਸਾਰਾ। ਕਹਿਣ ਲੱਗਿਆ ਇਹ ਹਿੰਦੁਸਤਾਨ ਦੇ ਹਿੰਦੂ ਧਰਮ ਨੂੰ ਰੱਖਣ ਵਾਲਾ ਹੈ, ਨਹੀਂ ਤਾਂ ਇਹ ਧਰਮ ਸਾਰਾ ਹੀ ਨਸ਼ਟ ਹੋ ਜਾਂਦਾ। ਇਮ ਕਹਿ ਵਿਪਰ ਬਾਗ ਮਹਿ ਆਇਓ, ਡੇਰਾ ਕਰ ਮੁਕਾਮ ਹਰ ਖਾਇਓ। ਕਹਿੰਦਾ ਤੁਸੀਂ ਹਿੰਦੁਸਤਾਨ ਦੇ ਹਿੰਦੂਆਂ ਦੇ ਧਰਮ ਨੂੰ ਬਚਾਉਣ ਵਾਸਤੇ ਆਏ ਹੋ। ਇਸ ਤਰ੍ਹਾਂ ਪਹਿਲਾਂ ਤੇਗ ਬਹਾਦਰ ਜੀ ਦੇ ਕੋਲ ਆਏ ਤੇ ਉਹਨਾਂ ਨੇ ਜਾ ਕੇ ਇਹਨਾਂ ਦੇ ਵਾਸਤੇ ਚਲੋ ਔਰੰਗਜ਼ੇਬ ਨੂੰ ਰੋਕਣਾ ਕੀਤਾ, ਨਹੀਂ ਰੁਕਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਆਪਣਾ ਸਿਰ ਨਹੀਂ ਛੱਡਿਆ, ਸ਼ਹੀਦੀ ਪਾ ਲਈ ਆ ਉੱਥੇ। ਪਰ ਉਹ ਸ਼ਹੀਦੀ ਤੋਂ ਬਾਅਦ ਜਿਹੜਾ ਹੈ ਔਰੰਗਜ਼ੇਬ ਦੇ ਰਾਜ ਨੂੰ ਧੱਕਾ ਲੱਗਿਆ, ਉਹਨਾਂ ਸੂਰਜ ਹੌਲੀ ਹੌਲੀ ਛਿਪਣਾ ਸ਼ੁਰੂ ਹੋਇਆ। ਹੁਣ ਕਹਿਣ ਲੱਗਿਆ ਮਹਾਰਾਜ ਗੁਰਸਿੱਖੀ ਦਾ ਮੰਡਲ ਹੈ ਜਿਹੜਾ ਇਹ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਵਾੜ ਹੈ, ਨਹੀਂ ਤਾਂ ਅੱਜ ਨੂੰ ਸਾਰਾ ਨਸ਼ਟ ਹੋ ਜਾਂਦਾ। ਸਤਿਗੁਰ ਚਾਹਤ ਕ੍ਰਿਤ ਕੀਨਾ, ਸਿੱਧ ਮਨੋਰਥ ਹਵੈ ਹਿਤ ਭੀਨਾ। ਇੰਨੀ ਗੱਲ ਕਰਕੇ ਗੁਰੂ ਪਿਆਰਿਓ ਜਿਹੜਾ ਹੈ ਕੇਸ਼ਵ ਦਾਸ ਆਪਣੇ ਡੇਰੇ 'ਚ ਆ ਗਏ ਹੈ। ਉਧਰ ਸਤਿਗੁਰੂ ਪਾਤਸ਼ਾਹ ਜੀ ਇਹ ਕਾਰਜ ਕਰਨਾ ਚਾਹੁੰਦੇ ਸਨ। ਹਰੀ ਨਿਸਾ ਕਰ ਖਾਨ ਰੂਪਾਨਾ, ਸੁਪਤ ਜਥਾ ਸੁਖ ਕਿਰਪਾ ਨਿਧਾਨਾ। ਸ਼ਾਮਾਂ ਹੋ ਗਈਆਂ, ਭੋਜਨ ਪ੍ਰਸ਼ਾਦਾ ਲੰਗਰ ਤਿਆਰ ਹੋਇਆ ਹੈ, ਸਭ ਨੇ ਛਕਣਾ ਕੀਤਾ ਜੀ। ਵੱਡੀ ਪਰਾਤ ਉਠ ਸੌਚ ਇਸ਼ਨਾਨੇ, ਪਹਿਰੇ ਬਸਤਰ ਸ਼ਸਤਰ ਦੁਤੀਵਾਨੇ। ਇਸ ਤਰ੍ਹਾਂ ਪਾਤਸ਼ਾਹ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਨਿਤਨੇਮ ਆਦਿ ਦੇ ਨਾਲ ਜੁੜਨਾ ਕੀਤਾ, ਫਿਰ ਵਸਤਰ ਸ਼ਸਤਰ ਪਹਿਨ ਲਏ ਜੀ। ਗਣਪਤੀ ਉਹਦੇ ਭਇਓ ਹਰ ਖਾਏ, ਸਿੱਖ ਮਸੰਦ ਦਾਸ ਭਟ ਆਈ। ਇਤਨੇ ਦਿਨ ਚੜ ਗਏ। ਸਤਿਗੁਰੂ ਪਾਤਸ਼ਾਹ ਜੀ ਆਪਣੇ ਨੇਮ ਤੋਂ ਵਿਹਲੇ ਹੋ ਕਰਕੇ ਆਪਣੇ ਦੀਵਾਨਾਂ ਵੱਲ ਆਉਂਦੇ ਹਨ। ਹਰ ਪਗ ਬੰਧਨ ਬਾਸ ਥਿਰੀ ਹੈ, ਸ੍ਰੀ ਕਲਗੀ ਧਰ ਹੁਕਮ ਕਰੀ ਹੈ। ਔਰ ਸਿੱਖ ਸੰਗਤਾਂ ਵੀ ਸਾਨੂੰ ਦਰਸ਼ਨਾਂ ਕਰਨ ਲਈ ਜਿਹੜੇ ਮਸੰਦ ਸਨ, ਸੇਵਕ ਸਨ, ਸੇਵਾਦਾਰ ਜੋ ਵਿੱਚ ਕੰਮ ਕਰਦੇ ਸਨ ਗੁਰੂ ਸਾਹਿਬ ਦੇ ਚਰਨਾਂ 'ਚ, ਉਹ ਸਾਰੇ ਇਕੱਠੇ ਹੋ ਕੇ ਤੜਕੇ ਦਰਸ਼ਨ ਕਰਨ ਵਾਸਤੇ ਆਉਂਦੇ ਆ। ਸਾਰੇ ਦਰਸ਼ਨਾਂ ਦੇ ਲਈ ਆਏ, ਨਮਸਕਾਰ ਕਰਦੇ ਆ, ਖੜ ਗਏ ਕੋਲ। ਪਾਤਸ਼ਾਹ ਕਹਿੰਦੇ ਤਾਰਦਾਰ ਗੁਰ ਘਰ ਕੇ ਜੀਤੇ, ਇੱਕ ਥਲ ਮਿਲ ਕਰ ਅਬ ਤੁਮ ਤੀਤੇ। ਧੰਨ ਗੁਰੂ ਗੋਬਿੰਦ ਸਿੰਘ ਜਿੰਨੇ ਵੀ ਗੁਰੂ ਘਰ ਦੇ ਸੇਵਾਦਾਰ ਆ ਸਾਰੇ ਇਕੱਠੇ ਹੋ ਕੇ ਇੱਧਰ ਆਓ। ਪਰਸੋਂ ਜੀਤਕ ਚੜੀ ਅਕੋਰ, ਸਭ ਕੋ ਕਰੋ ਏਕ ਥਲ ਜੋਰ। ਪਰਸੋਂ ਪਿਛਲੇ ਦਿਨੀ ਦਿਹਾੜਾ ਮਨਾਇਆ ਗਿਆ ਵਿਸਾਖੀ ਦਾ। ਵਿਸਾਖੀ ਦੇ ਬਹੁਤ ਸੰਗਤਾਂ ਆਈਆਂ ਸਨ, ਬਹੁਤ ਸਾਰੀਆਂ ਭੇਟਾਵਾਂ ਆਈਆਂ ਸਨ। ਕਹਿਣ ਲੱਗੇ ਏਦਾਂ ਕਰੋ, ਜਿਹੜੀਆਂ ਪਿਛਲੇ ਦਿਨੀ ਭੇਟਾਵਾਂ ਆਈਆਂ ਸਾਰੀਆਂ ਇੱਕ ਥਾਂ ਤੇ ਇਕੱਠੀਆਂ ਕਰੋ ਜੀ। ਆਨ ਸੁਨਾਵੋ ਧਨਵੈ ਕੀਤਾ, ਅਬ ਕੀ ਮੇਲੇ ਆਇਓ ਜੀਤਾ। ਐਤਕੀ ਦੇ ਮੇਲੇ ਤੇ ਕਿੰਨੀ ਕਮਾਇਆ ਆਈ ਹੈ, ਜੋੜ ਜਪ ਕਰਕੇ ਦੱਸਣਾ ਕਰੋ ਜੀ। ਸੁਣ ਕਰ ਹੁਕਮ ਮਿਲੇ ਤਬ ਸਾਰੇ, ਅਬ ਅਕੋਰ ਕੋ ਕੀਨ ਸਮਾਰੇ। ਸਾਰੀਆਂ ਭੇਟਾਵਾਂ ਇਕੱਤਰ ਕੀਤੀਆਂ, ਉਹਨਾਂ ਦਾ ਮੁੱਲ ਰੱਖਿਆ ਗਿਆ, ਭਾਵ ਹਿਸਾਬ ਕਿਤਾਬ ਲਾਇਆ ਗਿਆ। ਸੋਨਾ ਚਾਂਦੀ ਹੀਰੇ ਜਵਾਹਰਾਤੀ ਹੁੰਦੇ ਆ, ਇਹਨਾਂ ਦਾ ਮੁੱਲ ਪਾਇਆ ਗਿਆ ਔਰ ਉਹਨਾਂ ਦਾ ਮੁੱਲ ਜਾਂਚ ਕਰਕੇ ਫਿਰ ਦੱਸਣਾ ਕੀਤਾ ਹੈ ਜੀ। ਧਨ 9 ਲੱਖ ਕਰੀ ਮਿਲ ਗਿਣਤੀ, ਪ੍ਰਭ ਟਿਕ ਭਨੀ ਜੋਰ ਕਰ ਬਿਨਤੀ। ਔਰ ਆ ਕੇ ਦੀਵਾਨ ਆਨੰਦ ਚੰਦ ਹੋਰਾਂ ਨੇ ਦੱਸਿਆ, ਮਹਾਰਾਜ ਜਿਹੜਾ ਆਪਣੇ ਕੋਲ ਸੋਨਾ ਚਾਂਦੀ ਪਿਛਲੇ ਦਿਨਾਂ 'ਚ ਇਕੱਤਰ ਹੋਇਆ ਹੈ ਉਹ 9 ਲੱਖ ਰੁਪਏ ਦਾ ਹੈ। ਸ੍ਰੀ ਮੁਖ ਹੁਕਮ ਕਰਿਓ ਸੁਨ ਲੀਜੈ, ਸਕਲ ਕੋਸ਼ ਮਹਿ ਜਮਾ ਕਰੀਜੈ। ਪਾਤਸ਼ਾਹ ਕਹਿੰਦੇ ਸਾਰਾ 9 ਲੱਖ ਦਾ ਸਮਾਨ ਇੱਕ ਖਜ਼ਾਨੇ ਵਿੱਚ ਜਮਾ ਕਰਵਾ ਦਿਓ ਜੀ। ਸੰਗਤ ਅਰਮ ਸੰਦ ਜਿਸ ਦੇਸ਼ ਨਹਿ ਆਏ, ਸੋ ਲਖ ਹੋ ਅਸ਼ੀਸ਼। ਔਰ ਜਿਹੜੇ ਦੇਸ਼ਾਂ ਦੀਆਂ ਸਿੱਖ ਸੰਗਤਾਂ ਜਾਂ ਮਸੰਦ ਨਹੀਂ ਆਏ ਉਹਨਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰੋ। ਲਿਖੋ ਹੁਕਮ ਨਾਮੇ ਤਿਨ ਤਾਈ, ਗੁਰ ਤਾਂ ਸਗਦੇ ਦੇਹੋ ਪੁਚਾਈ। ਔਰ ਉਹਨਾਂ ਨੂੰ ਕਹੋ ਵੀ ਤੁਸੀਂ ਆਏ ਨਹੀਂ ਭਾਈ, ਕੀ ਗੱਲ ਬਣੀ? ਜਿਹੜਾ ਤੁਹਾਡੇ ਕੋਲੇ ਦਸੌਂਦ ਇਕੱਠਾ ਹੋਇਆ ਗੁਰੂ ਕਾ ਖਜ਼ਾਨਾ,
ਉਹ ਜਲਦੀ ਪਹੁੰਚਾਉਣਾ ਕਰੋ। ਜੇਤਕ ਸਿੱਖ ਸੰਗਤ ਆਈ ਕਰਹੁ ਵਿਸਰਜਨ ਤੇ ਸਿਰ ਪਾਈ। ਔਰ ਹੁਣ ਜਿਹੜੀ ਸੰਗਤ ਇੱਥੇ ਆਵੇ ਨਾ, ਉਹਨਾਂ ਨੂੰ ਬਹੁਤਾ ਸਮਾਂ ਨਹੀਂ ਰੋਕਣਾ, ਉਹਨਾਂ ਨੂੰ ਸਰੋਪੇ ਦੇ ਕੇ ਵਿਦਾ ਕਰ ਦੇਣਾ ਹੈ। ਵਟਨ ਕੋ ਦੀਜੈ ਦਰਮਾਹਾ ਰੁਖਸਦ ਕਰਹੁ ਜਾਹੇ ਕਰਮਾਹਾ। ਔਰ ਜਿਹੜੀ ਫੌਜ ਹੈ ਉਹਨਾਂ ਨੂੰ ਵੀ ਤਨਖਾਹ ਦੇ ਦਿਓ, ਜਿੰਨਾ ਪੈਸਾ ਉਹਨਾਂ ਦਾ ਬਣਦਾ ਹੈ, ਔਰ ਉਹਨਾਂ ਨੂੰ ਘਰੋਂ ਘਰੀ ਭੇਜ ਦਿਓ ਜੀ। ਏਤਕ ਸਮੈ ਬਸੈ ਪੁਨ ਆਵੈ ਨਿਜ ਕੁਟੰਬ ਮਹਿ ਬੈਸ ਬਿਤਾਵੈ। ਉਹਨਾਂ ਨੂੰ ਕਹੋ ਕੋਈ ਸਮਾਂ ਆਪਣੇ ਪਰਿਵਾਰ ਵਿੱਚ ਮਿਲ ਗਿਲ ਲੈਣ, ਫਿਰ ਜਦੋਂ ਸੱਦਾਂਗੇ ਫਿਰ ਆ ਜਾਣ। ਸਚਿਵ ਮਸੰਦ ਖਵਾਸ ਦੀਵਾਨ ਸੁਨ ਗੁਰ ਕਾਜ ਭਏ ਸਾਵਧਾਨ। ਇਉਂ ਸਤਿਗੁਰਾਂ ਦੇ ਵਜ਼ੀਰ ਮੰਤਰੀ ਭਾਵ ਗੁਰੂ ਕੇ ਸਿੱਖ ਹੈ ਜਿਹੜੇ ਮਸੰਦ, ਭਾਈ ਨੰਦ ਚੰਦ ਹੋਰੀ, ਭਾਈ ਦਇਆ ਰਾਮ ਹੋਰੀ, ਇਹ ਸਾਰੇ ਜਿਹੜੇ ਸਨ ਗੁਰੂ ਕੇ ਹੁਕਮਾਂ ਤੇ ਸਾਵਧਾਨੀ ਨਾਲ ਕੰਮ ਕਰਨ ਲੱਗੇ ਜੀ। ਯਥਾ ਜੋਗ ਮਿਲ ਸਭ ਹਿਨ ਕੀਨਾ ਦੇਨ ਲੇਨ ਜਿਸ ਬਿਦ ਕੋ ਚੀਨਾ। ਇਸ ਤਰ੍ਹਾਂ ਇਹਨਾਂ ਨੇ ਜਥਾ ਜੋਗ ਜੋ ਕਰਨਾ ਸੀ ਕਰਨਾ ਕੀਤਾ। ਫੌਜਾਂ ਦੀ ਤਨਖਾਹ ਜੋੜ ਕੇ ਉਹਨੂੰ ਤਨਖਾਹ ਦੇ ਦਿੱਤੀ ਹੈ, ਵਿਦਾ ਕਰ ਦਿੱਤਾ ਹੈ। ਜੋ ਸੰਗਤ ਆਈ ਹੈ ਉਹਨਾਂ ਨੂੰ ਵੀ ਸਰੋਪਾ ਦੇ ਕਰਕੇ ਤੋਰ ਦਿੱਤਾ ਹੈ ਜੀ। ਸਦ ਕਰੀ ਦੇ ਸਿਰ ਪਾਦਈ ਸਿਰ ਪਾਉ ਲੇ ਕਾਰਜ ਗਮਨੇ ਸਿੱਖ ਸਮਦਾਉ। ਇਸ ਤਰ੍ਹਾਂ ਸਾਰੇ ਸਤਿਗੁਰਾਂ ਦਾ ਹੁਕਮ ਮੰਨ ਕੇ ਵਿਦਾ ਹੋ ਗਏ। ਪਾਤਸ਼ਾਹ ਦਾ ਹੁਕਮ ਸੀ ਵੀ ਹੁਣ ਘਰੋਂ ਘਰੀ ਚਲੇ ਜਾਓ, ਫਿਰ ਸੱਦਾਂਗੇ ਫਿਰ ਆਇਓ। ਜੇਤ ਕਚਹੀ ਹੈ ਕਾਰਜ ਖੇਤ ਕਹਿ ਸਤਿਗੁਰ ਸੋ ਰਖੇਰ ਨਿਕੇਤ। ਜਿੰਨੀ ਕੁ ਸਿੱਖਾਂ ਦੀ ਫੌਜਾਂ ਦੀ ਲੋੜ ਸੀ ਓਨੇ ਕੁ ਸਤਿਗੁਰਾਂ ਨੇ ਰੱਖ ਲਏ ਹਨ। ਸਭ ਵਿਦ ਸੁਚੇਤ ਹੋਏ ਗੋਸਾਈ ਪਠਿਓ ਸਿੱਖ ਦੇ ਜਲੀਨ ਬੁਲਾਈ। ਇਉਂ ਸਤਿਗੁਰੂ ਹਰ ਤੱਕ ਪੱਖ ਤੋਂ ਸੁਚੇਤ ਹੋ ਕੇ ਸਤਿਗੁਰਾਂ ਨੇ ਸੁਨੇਹਾ ਭੇਜਿਆ ਹੁਣ ਦੀਵਾਨ ਸਜਾ ਕੇ, ਕਹਿੰਦੇ ਜਾਓ ਹੁਣ ਕਾਸ਼ੋ ਦਾਸ ਨੂੰ ਸੱਦ ਕੇ ਲਿਆਓ। ਆਸ਼ਿਕ ਬਾਦ ਆਨ ਕਰ ਦੀਸ ਆਵਨ ਸਿੰਧ ਵਿੱਚ ਕੇ ਜੇਤ ਕਲੀਸ। ਔਰ ਬ੍ਰਾਹਮਣ ਕੇਸ਼ੋ ਦਾਸ ਆ ਗਏ ਹੈ, ਲੰਬੀ ਉਮਰ ਦਾ ਆਸ਼ੀਰਵਾਦ ਦਿੰਦਾ ਹੈ। ਕਹਿਣ ਲੱਗਿਆ ਸਮੁੰਦਰ ਦੇ ਵਿੱਚ ਜਿੰਨੀ ਧਰਤੀ ਹੈ ਸਾਰੀ ਦੇ ਤੁਸੀਂ ਮਾਲਕ ਬਣੋ। ਤਿਸ ਮਹਿ ਤਪ ਹੋਤੇ ਜੇ ਅਤ ਦੇ ਤੈ ਕੈ ਜਿਮ ਬ੍ਰਿਖ ਰਾਸ਼ੀ ਬਿਕੈ ਰਬ ਐਕੈ। ਹਾਂ ਮਹਾਰਾਜ, ਜਿਵੇਂ ਜਿਹੜਾ ਸੂਰਜ ਹੈ ਜਦੋਂ ਬਿਰਖ ਰਾਸ਼ੀ ਵਿੱਚ ਆ ਜਾਂਦਾ ਉਹਦਾ ਤੇਜ ਪ੍ਰਤਾਪ ਬਹੁਤ ਜਾਂਦਾ ਹੈ, ਵੱਧ ਜਾਂਦਾ ਹੈ। ਇਸੇ ਤਰ੍ਹਾਂ ਹੀ ਤੁਹਾਡਾ ਵੀ ਆਲ ਵਰਲਡ ਦੇ ਉੱਤੇ ਤੇਜ ਪ੍ਰਤਾਪ ਹੋਵੇ, ਸਾਰੀ ਦੁਨੀਆ ਤੇ ਤੁਹਾਡਾ ਰਾਜ ਹੋਵੇ। ਏਦਾਂ ਦੀਆਂ ਅਸੀਸਾਂ ਦੇ ਰਿਹਾ ਹੈ। ਬੈਠਿਓ ਨਿਕਟ ਬਿਪਰ ਗੋਬਰ ਗੁਰ ਕੇ ਉਚਰੀ ਤਬ ਹੈ ਮਨੋਰਥ ਉਰ ਕੇ। ਏਦਾਂ ਦੀ ਗੁਰੂ ਪਿਆਰਿਓ ਵਿਚਾਰ ਕਰਕੇ ਬਚਨ ਕਰਕੇ ਨਮਸਕਾਰ ਕਰਕੇ ਜਿਹੜਾ ਹੈ ਸਤਿਗੁਰਾਂ ਦੇ ਹਜ਼ੂਰ ਚ ਹੁਣ ਦੋਨੇ ਬਚਨ ਇੱਥੇ ਇਕੱਠੇ ਹੋ ਗਏ ਹੈ। ਜਿਹੜਾ ਅਸੀਸ ਦਿੰਦਾ ਫਿਰ ਤਾਂ ਵੱਡਾ ਹੋਣਾ ਚਾਹੀਦਾ, ਜੇ ਵੱਡਾ ਹੈ ਤਾਂ ਫਿਰ ਬੰਦਨਾ ਨਹੀਂ। ਪਰ ਇਹ ਕੁਝ ਕਰਮਕਾਂਡ ਜਿਹੜੇ ਪਏ ਹੋਏ ਸਨ ਉਹ ਕੱਢਣੇ ਸਨ। ਇਹ ਬ੍ਰਾਹਮਣ ਇੱਕ ਪਾਸੇ ਤਾਂ ਅਸੀਸਾਂ ਦਿੰਦੇ ਨੇ ਪਰ ਦੂਜੇ ਪਾਸੇ ਮੰਗਦੇ ਵੀ ਆਪਣੇ ਹੀ ਪੂਜਣ ਵਾਲਿਆਂ ਤੋਂ। ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹ ਧੰਗਾਣਾ। ਇਸ ਤਰ੍ਹਾਂ ਸਤਿਗੁਰੂ ਭਗਤ ਕਬੀਰ ਸਾਹਿਬ ਜੀ ਨੇ ਵੀ ਇਹਨਾਂ ਦੇ ਨਾਲ ਕਾਫੀ ਚਰਚਾ ਕਰਕੇ ਇਹਨਾਂ ਦੇ ਗਲਤ ਚੱਲ ਰਹੇ ਕਰਮਕਾਂਡਾਂ ਦੇ ਉੱਤੇ ਟੀਕਾ ਟਿੱਪਣੀ ਕੀਤੀ ਹੈ। ਪਾਤਸ਼ਾਹ ਜੀ ਬਚਨ ਕਰਦੇ ਆ ਨਾ ਭਗਤ ਕਬੀਰ